ਡੰਡੋਤ ਬੰਦਨ ਕਵਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਬੇਸ਼ੁਮਾਰ ਅਥਾਹ ਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੇਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਬਖਿਆਨ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਸੱਚਾ ਸਾਹਿਬ ਏਕ ਤੂੰ। ਜਿਨ ਸੱਚੋ ਸੱਚ ਵਰਤਾਇਆ। ਜਿਸ ਤੋਂ ਦੇ ਤਿਸ ਮਿਲੈ ਸੱਚ। ਤਾ ਤਿਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ। ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ। ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ। ਵਿੱਚ ਦੁਨੀਆ ਕਾਹੇ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਜਿਸ ਦੇ ਤਹਿਤ ਆਸਾ ਕੀ ਵਾਰ ਦੀ 8ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੇ ਦੁਆਰਾ ਗੁਰੂ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਅਕਾਲ ਪੁਰਖ ਵਾਹਿਗੁਰੂ ਉਹ ਕੇਵਲ ਇੱਕੋ ਇੱਕ ਐਸੀ ਹਸਤੀ ਹੈ ਜਿਸਨੇ ਲੱਖਾਂ ਕਰੋੜਾਂ ਪਤਾ ਨਹੀਂ ਕਿਤਨੇ ਕੁ ਬ੍ਰਹਿਮੰਡ ਸਾਜੇ ਹਨ। ਬਨਸਪਤੀ, ਨਦੀਆਂ, ਜੋ ਕੁਝ ਵੀ ਦਿਖਾਏਮਾਨ ਹੋ ਰਿਹਾ ਹੈ ਅਤੇ ਜੋ ਕੁਝ ਇਸ ਸ੍ਰਿਸ਼ਟੀ ਤੋਂ ਪਰੇ ਹੈ, ਉਹ ਸਾਰਾ ਕੁਝ ਵਾਹਿਗੁਰੂ ਨੇ ਸਾਜਿਆ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ ਹੈ ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਵਾਹਿਗੁਰੂ ਦੀ ਪ੍ਰਾਪਤੀ ਦਾ ਇੱਕੋ ਇੱਕ ਤਰੀਕਾ ਹੈ ਕਿ ਉਸ ਦਾ ਨਾਮ ਜਪਿਆ ਜਾਵੇ। ਨਾਮ ਵਾਹਿਗੁਰੂ ਜੀ ਦਾ ਕਿਸ ਤਰ੍ਹਾਂ ਜਪਿਆ ਜਾਵੇਗਾ? ਗੁਰੂ ਦੇ ਦੁਆਰਾ ਹੀ ਨਾਮ ਜਪਿਆ ਹੋਇਆ ਪ੍ਰਵਾਨ ਹੈ। ਜਦੋਂ ਤੱਕ ਮਨੁੱਖ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਉਦੋਂ ਤੱਕ ਮਨੁੱਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦਾ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੱਚੇ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਮਨੁੱਖ ਭਾਵੇਂ ਕਿੰਨੇ ਹੀ ਨੇਕ ਕਰਮ ਕਰੇ, ਚੰਗੇ ਕੰਮ ਕਰੇ,
ਕਿੰਨੇ ਤਪ ਕਰੇ, ਤੀਰਥਾਂ ਦਾ ਇਸ਼ਨਾਨ ਕਰੇ, ਜੰਗਲਾਂ ਦੇ ਵਿੱਚ ਜਾ ਕੇ ਬੈਠ ਜਾਵੇ, ਜੋ ਮਰਜ਼ੀ ਕਰਮ ਕਰ ਲਵੇ, ਜਦੋਂ ਤੱਕ ਇਹਨੂੰ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਮਿਲਦੀ, ਉਦੋਂ ਤੱਕ ਇਹ ਆਵਾਗਮਨ ਚੋਂ ਬਾਹਰ ਨਹੀਂ ਹੋ ਸਕਦਾ, ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਉਸ ਸੱਚ ਦੀ ਪ੍ਰਾਪਤੀ ਭਾਵੇਂ ਕਿ ਉਹ ਵਾਹਿਗੁਰੂ ਹਰ ਇੱਕ ਥਾਂ 'ਤੇ ਹੈ, ਹਰ ਇੱਕ ਜਰੇ ਦੇ ਵਿੱਚ ਹੈ, ਪਰ ਸਾਨੂੰ ਉਹਦੀ ਪ੍ਰਾਪਤੀ ਸਤਿਗੁਰੂ ਦੀ ਮੱਤ ਤੋਂ ਬਿਨਾਂ ਨਹੀਂ ਹੋ ਸਕਦੀ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪੌੜੀ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਸੱਚਾ ਸਾਹਿਬ ਏਕ ਤੂੰ, ਹੇ ਵਾਹਿਗੁਰੂ ਤੂੰ ਸੱਚਾ ਸਾਹਿਬ ਕੇਵਲ ਇੱਕੋ ਤੂੰ ਹੈ। ਬਾਕੀ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ ਜਾਂ ਜੋ ਕੁਝ ਵੀ ਹੈ, ਉਹ ਸਾਰਾ ਨਾਸਵੰਤ ਹੈ। ਸੱਚਾ ਭਾਵ ਸਦਾ ਰਹਿਣ ਵਾਲਾ, ਸਦਾ ਜੋ ਸਥਿਰ ਹੈ, ਜੋ ਕਦੇ ਨਾਸ ਨਹੀਂ ਹੁੰਦਾ। ਸੰਸਾਰ ਦੇ ਵਿੱਚ ਬੜੇ ਬੜੇ ਰਿਸ਼ੀ ਮੁਨੀ ਅਵਤਾਰ ਪੈਗੰਬਰ ਆਏ, ਪਰ ਪਾਤਸ਼ਾਹ ਜੀ ਕਹਿੰਦੇ ਉਹ ਸਦੀਵੀ ਕਾਲ ਸੰਸਾਰ ਦੇ ਵਿੱਚ ਨਹੀਂ। ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਨ ਕਰਦੇ ਨੇ, ਏਕ शिव ਭਏ ਏਕ ਗਏ, ਏਕ फेर ਭਏ, रामचंद्र कृष्ण के अवतार भी अनेक हैं। ब्रह्मा ओ विष्णु केते, वेद ओ पुराण केते, सिमरत समून कह हुए बताए हैं। मौन दी मुंधार केते, अश्विनी कुमार केते, अंसा अवतार केते, काल बस भये हैं। पीर ओ पकंबर केते, गणे ना परत एते, भूमि ते हुए कह फिर भूमि ही मिलए है। सच्चा साहिब एक तू, सच्चा सदीवी रहन वाला मालक वाहिगुरू ओ केवल इको तू है। जिन सच्चो सच वरताया, जिस वाहिगुरू परमात्मा ने सारे पासे अपनी अडोलता दा फैला कीता है, वो केवल इको थां ते नहीं है, सारे पासे है। ते पातशाह फरमान करते ने, जिस तू दे तिस मिलै सच, ता तिनी सच कमाया। हे वाहिगुरू, भावें तू सारिया थावां ते रमिया होया है, सारिया थावां ते तेरी अडोल हस्ती विराजमान है, पर वो सारिया नूं प्राप्त नहीं हुंदा। जिस नूं वाहिगुरू आप बख्शिश करके दिंदा है, ਉਹੀ सच नूं कमांदा है, ਉਹੀ सच नूं पांदा है। जिस तू देह तिस मिलै सच, ਤਾਂ तिनी सच कमाया। जिस नूं तू अपने हस्ती ਦਾ ਗਿਆਨ ਬਖਸ਼ ਦਿੰਦਾ ਹੈ, हर एक नूं वाहिगुरू दी हस्ती दी सोझी नहीं आउंदी कि वो वाहिगुरू परम पिता परमात्मा कण कण दे विच विराजमान है। जिवें देखो किते कोई संगीतकार इकट्ठे हो के वो संगीत दा अलाप कर रहे ने, कई रागां दा अलाप कर रहे ने। जिस नूं संगीत दी सोझी मिली है, ਉਹੀ ਉਸ ਦੀ कदर करेगा, दूसरा बंदा उस दी कदर नहीं करेगा।
ਕਿਉਂਕਿ ਉਹਨੂੰ ਉਹ ਸੋਝੀ ਨਹੀਂ ਹੈ ਵੀ ਇਹ ਸੰਗੀਤ, ਇਹ ਜਿਹੜਾ ਰਾਗ ਗਾਇਆ ਜਾ ਰਿਹਾ ਹੈ। ਭਾਈ ਗੁਰਦਾਸ ਜੀ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ, ਕਹਿੰਦੇ ਭੈਰੋ ਬੋਲੇ ਅੱਗੇ ਗਾਵੀਐ ਭੈਰੋ ਸੋ ਗੋੜੀ। ਬੋਲਾ ਮਨੁੱਖ ਹੋਵੇ ਜਿਸ ਦੇ ਕੋਲ ਸਰੋਤ ਨਹੀਂ ਹੈ ਸੁਣਨ ਦੀ, ਉਹਦੇ ਕੋਲ ਤੁਸੀਂ ਭੈਰੋ ਰਾਗ ਗਾਵੋ, ਗੌੜੀ ਰਾਗ ਗਾਵੋ, ਉਸ ਦੇ ਵਾਸਤੇ ਉਹ ਕੁਝ ਵੀ ਮਾਇਨੇ ਨਹੀਂ ਰੱਖਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਹਸਤੀ ਜੋ ਸਾਰੇ ਪਾਸੇ ਅਡੋਲ ਟਿਕੀ ਹੋਈ ਹੈ, ਵਸ ਰਿਹਾ ਹੈ ਜਰੇ ਜਰੇ ਦੇ ਵਿੱਚ। ਸਾਡੀ ਹਾਲਤ ਉਹੀ ਹੈ ਬਿਲਕੁਲ ਕਿ ਵਾਹਿਗੁਰੂ ਦੀ ਸਾਨੂੰ ਸੋਝੀ ਨਾ ਹੋਣ ਕਰਕੇ ਸਾਨੂੰ ਉਹਦੀ ਪਛਾਣ ਨਹੀਂ ਹੈ, ਉਹਦੀ ਕਦਰੋ ਕੀਮਤ ਨਹੀਂ ਹੈ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਜਿਸ ਮਨੁੱਖ ਨੂੰ ਸਮਝ ਆ ਜਾਂਦੀ ਹੈ ਉਹ ਫਿਰ ਨਾਮ ਜਪਣ ਲੱਗ ਜਾਂਦਾ ਹੈ, ਕਿਉਂਕਿ ਉਸ ਨੂੰ ਪਤਾ ਲੱਗ ਗਿਆ। ਜਿਸ ਨੂੰ ਨਾਮ ਦੀ ਮਹਿਮਾ ਦਾ ਪਤਾ ਨਹੀਂ ਹੈ ਉਹ ਮਨੁੱਖ ਇਸ ਪਾਸੇ ਆਉਂਦਾ ਹੀ ਨਹੀਂ ਹੈ। ਉਹਦੇ ਵਾਸਤੇ ਤਾਂ ਇਹ ਸਾਰਾ ਕੁਝ ਅਡੰਬਰ ਕੀਤਾ ਹੋਇਆ ਹੈ। ਤੋ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਬਖਸ਼ਿਸ਼ ਕਰ ਰਹੇ ਨੇ, ਹੇ ਵਾਹਿਗੁਰੂ ਜਿਸ ਨੂੰ ਤੂੰ ਦਿੰਦਾ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ। ਜਿਸ ਨੂੰ ਤੂੰ ਆਪਣਾ ਆਪ ਜਣਾ ਦਿੰਦਾ ਹੈ, ਆਪਣੇ ਹੋਣ ਦਾ ਅਹਿਸਾਸ ਕਰਾ ਦਿੰਦਾ ਹੈ, ਉਹ ਤੇਰਾ ਨਾਮ ਜਪਦਾ ਹੈ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ, ਹਰ ਗੁਣ ਸਦ ਹੀ ਆਖ ਵਖਾਣਾ, ਉਹ ਤੇਰੇ ਗੁਣ ਆਖਦਾ ਹੈ, ਤੇਰੀਆਂ ਵਡਿਆਈਆਂ ਆਖਦਾ ਹੈ। ਜਿਸ ਤੂੰ ਦੇ ਤਿਸ ਮਿਲੈ ਸੱਚ, ਉਹਨੂੰ ਸੱਚ ਮਿਲ ਗਿਆ, ਸੱਚ ਦੀ ਸੋਝੀ ਹੋ ਗਈ, ਸੱਚ ਦਾ ਗਿਆਨ ਹੋ ਗਿਆ। ਮਹਾਰਾਜ ਕਹਿੰਦੇ ਤਾਂ ਤਿਨੀ ਸੱਚ ਕਮਾਇਆ, ਫਿਰ ਉਹਨਾਂ ਨੇ ਸੱਚ ਨੂੰ ਕਮਾਇਆ ਜਿਨ੍ਹਾਂ ਨੂੰ ਸੱਚ ਦੀ ਸੋਝੀ ਆ ਗਈ। ਜਿਵੇਂ ਆਪਾਂ ਨੂੰ ਹੁਣ ਧਨ ਦੀ ਸਮਝ ਆ ਗਈ, ਮਨੁੱਖ ਨੂੰ ਧਨ ਦੀ ਸਮਝ ਆ ਗਈ, ਮਨੁੱਖ ਦਿਨ ਰਾਤ ਧਨ ਕਮਾਉਂਦਾ ਹੈ। ਮਨੁੱਖ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਜਪਣ ਲੱਗ ਜਾਂਦਾ ਤੇ ਸੋਝੀ ਆ ਗਈ। ਪਹਿਲਾਂ ਬੱਚੇ ਨਹੀਂ ਵੀ ਪੜ੍ਹਦੇ ਸੀ, ਕਹਿੰਦੇ ਕੋਈ ਗੱਲ ਨਹੀਂ ਚਲੋ, ਪਰ ਹੁਣ ਹਰ ਇੱਕ ਮਨੁੱਖ ਨੂੰ ਪਤਾ ਲੱਗ ਗਿਆ ਹੈ ਪੜ੍ਹਾਈ ਹੀ ਸਭ ਤੋਂ ਵੱਡੀ ਦਾਤ ਹੈ, ਸਭ ਤੋਂ ਵੱਡੀ ਜਾਇਦਾਦ ਹੈ। ਤੇ ਮਨੁੱਖ ਪੜ੍ਹਾਈ ਵਾਲੇ ਪਾਸੇ ਧਿਆਨ ਦੇਣ ਲੱਗ ਪਿਆ। ਸਮਝ ਆ ਗਈ ਨਾ। ਜਦੋਂ ਤੱਕ ਸਮਝ ਨਹੀਂ ਹੈ ਉਦੋਂ ਤੱਕ ਬੇਸਮਝੀ ਵਾਲਾ ਕੰਮ ਕਰਦਾ, ਉਸ ਚੀਜ਼ ਦੀ ਕਦਰ ਨਹੀਂ ਕਰਦਾ। ਵਾਹਿਗੁਰੂ ਪਰਮਾਤਮਾ ਸਾਰੇ ਪਾਸੇ ਪਰਿਪੂਰਨ ਹੋ ਕੇ ਵਰਤ ਰਿਹਾ ਹੈ। ਇਹ ਗਿਆਨ ਜਿਸ ਨੂੰ ਵਾਹਿਗੁਰੂ ਨੇ ਆਪ ਬਖਸ਼ਿਆ, ਜਿਸ ਨੂੰ ਇਹ ਸੋਝੀ ਦੇ ਦਿੱਤੀ, ਉਹ ਫਿਰ ਵਾਹਿਗੁਰੂ ਦੀ ਭਗਤੀ ਕਰਨ ਲੱਗ ਜਾਂਦਾ ਹੈ। ਵਰਨਾ ਮਨੁੱਖ ਨੂੰ ਜੇਕਰ ਉਹ ਵਾਹਿਗੁਰੂ ਨਾ ਬਖਸ਼ਿਸ਼ ਕਰੇ ਤਾਂ ਫਿਰ ਇਹ ਵਾਹਿਗੁਰੂ ਦੀ ਭਗਤੀ ਨਹੀਂ ਕਰ ਸਕਦਾ, ਕਿਉਂਕਿ ਸੋਝੀ ਨਹੀਂ ਦਿੱਤੀ ਉਸਨੇ। ਭਾਵ ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਕੁਝ ਉਸ ਵਾਹਿਗੁਰੂ ਦੀ ਕਿਰਪਾ 'ਤੇ ਨਿਰਭਰ ਹੈ। ਤਾਂ ਹੀ ਤੇ ਬਾਣੀ ਵਿੱਚ ਆਖਿਆ ਹੈ, ਕਰ ਕਿਰਪਾ ਤੇਰੇ ਗੁਣ ਗਾਵਾ, ਨਾਨਕ ਨਾਮ ਜਪਤ ਸੁਖ ਪਾਵਾ। ਵਾਹਿਗੁਰੂ ਕਿਰਪਾ ਕਰ ਮੈਂ ਤੇਰੇ ਗੁਣ ਗਾਉਣ ਲੱਗ ਜਾਵਾਂ, ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਆਪਾਂ ਨਹੀਂ ਗੁਣ ਗਾ ਸਕਦੇ, ਸਿਫਤ ਨਹੀਂ ਕਰ ਸਕਦੇ, ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ। ਗੁਰਬਾਣੀ ਵਿੱਚ ਇਹ ਵੀ ਮਹਾਰਾਜ ਨੇ ਆਖਿਆ ਹੈ, ਕੋਈ ਵੀ ਜੀਵ ਆਪਣੇ ਜ਼ੋਰ ਨਾਲ, ਆਪਣੇ ਬਲ ਨਾਲ, ਆਪਣੀ ਬੁੱਧੀ ਨਾਲ ਵਾਹਿਗੁਰੂ ਕੋਲੋਂ ਇਹ ਬਖਸ਼ਿਸ਼ ਨਹੀਂ ਲੈ ਸਕਦਾ। ਜਿਸ 'ਤੇ ਉਹ ਵਾਹਿਗੁਰੂ ਤੁਰਟ ਪਏ ਉਸ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਇਸ ਕਰਕੇ ਸਦਾ ਅਰਦਾਸ ਕਰਦੇ ਰਹਿਣਾ, ਵਾਹਿਗੁਰੂ ਤੂੰ ਕਿਰਪਾ ਕਰ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ।
गुण गावा दिन रात, नानक चाओ इहो। दिन रात मैं तेरे गुण गावां, मेरे अंदर ये चाओ है, पर ये तेरी किरपा तो बिना पूरा नहीं हो सकता। तू बख्शिश कर। तो महाराज कहते जिसनों वाहिगुरु आप दे दिंदा है, फिर वो सच नूं कमांदा है। सच नूं कमाना की है? भाव वाहिगुरु की भगती करन लग जाता है। पहला उसकी सोझी हुई, फिर भगती है। जिवें आपां इथों किसी दूर शहर विच जाना है, आपां नूं उत्थों दा पता लग गया भी उस शहर की एक खासियत है, सुनिया है लोगों कोलों, पहला सुनिया है, फिर आपां उत्थे जाण दी इच्छा प्रगट करते हैं। ਇਹਦਾ एक होर मोटा जिहा प्रमाण लै लईए आपां। साडे इस मुल्क दे अंदर हर एक चीज़ की दुर्दशा हो रही है। साडे जिन्ने भी काबल बच्चे वधिया, जिन्हां ने पढ़ाई, जिन्हां कोल ज्ञान तालीम, वो बाहर जा रहे हैं, क्योंकि पता है इस मुल्क दे विच उस चीज़ की कदर नहीं रह गई, कीमत नहीं रह गई इस मुल्क दे अंदर। जिहदा एक बच्चा है, ये भी वेखण विच मिलदा, जिहदा एक एक बच्चा है ना, वो भी पढ़ाई कर करा के बाहर भेज रहा है। पुछया जावे क्यों? इत्थे कदर नहीं है, इत्थे कदर नहीं है, बाहर कदर बड़ी है। उत्थे सुनिया है आपां ने, विचों कोई भी नहीं गया, पर आपां सुनिया तो अपने बच्चे नूं उत्थे भेज रहे हैं, जां अपने आप जाण दी भी इच्छा है कि मैं उस मुल्क विच जावां, क्योंकि उस मुल्क बारे सुन लिया है भी उत्थे बहुत वधिया जिहड़ा है सहूलतां ने, उत्थे मनुख दे गुण दी कदर है। पहलां सुनिया है, जदों सुन लिया फिर उत्थे जाण दी इच्छा है। जदों इच्छा पैदा हुई, उस इच्छा की पूर्ति वास्ते फिर आपां यतन करते हाँ, फिर आपां साधन जुटाते हाँ भी उत्थे किवें जाया जाएगा। इस तरह रब बारे पहला सुनिया है, ताई तो महाराज कहते सुनिया मन्निया मन कीता भाओ। पहला सुनिया है, फिर उसनूं मन लिया भी हाँ ये गल सच है, उत्थे कीमत पैंदी है मनुख के गुण की, उत्थे कदर है। मन लिया इस गल नूं हाँ, फिर उत्थे जाण की इच्छा पैदा हो गई, वह भी उत्थे जावां, मैं भी इस तरह करा। तो वाहिगुरु परमात्मा बारे जदों आपां संगत विच बैठ के सुनांगे, पता लग जाएगा वाहिगुरु का नाम सारे सुख देण वाला है, सारे कारजां नूं रास करन वाला है, सारे दुखां की निवृत्ति करन वाला है। प्रभ कै सिमरन कारज पूरे। किहड़ा मनुख नहीं चाहुंदा मेरे कारज सारे पूरे होण? कोई भी मनुख है वो चाहुंदा मेरे कारज सारे ही रास हो जाण। जदों संगत विच बैठ के सुनिया तो फिर ये नाम जपण लग जाता है, उस नाम की बदौलत कारज रास हो जाते हैं। सिमरन दे विच सारियां बरकतां आ जांदियां ने। प्रभ का सिमरन सब ते ऊंचा, प्रभ कै सिमरन उधरे मूचा। जदों तक सुनिया नहीं है, उदों तक ये नाम जपण वालियां दी भी कदर नहीं करता। आप तां की जपना है, पर जदों पता लग गया फिर उस पासे वाल यतन करन लग जाता है, उद्यम करन लग जाता है। तो वाहिगुरु बारे पहला सुनिया है, जदों सुनिया तो फिर पता लग गया ये नाम जपना, सिमरन करना, बंदगी करनी ओदी बख्शिश तो बिना नहीं, तो फिर अरदास करता है कर किरपा वसो मेरा हृदय, होए सहाई आप। तो महाराज कहते फिर जिन्होंने सच की समझ आ गई, रब की समझ आ गई, फिर वो रब नूं जपन लग जाते हैं, नाम जपन लग जाते हैं। तो तिनी सच कमाया, सतगुर मिलिया सच पाया।
ਜਿਨ ਕੈ ਹਿਰਦੈ ਸੱਚ ਵਸਾਇਆ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸ ਗਿਆ, ਰੱਬ ਵਸ ਗਿਆ, ਜਿਨ੍ਹਾਂ ਨੂੰ ਰੱਬ ਮਿਲਿਆ ਹੈ। ਉਹ ਮਿਲਿਆ ਕਿਵੇਂ ਹੈ? ਮਹਾਰਾਜ ਕਹਿੰਦੇ ਸਤਿਗੁਰੂ ਨੂੰ ਮਿਲ ਕੇ। ਕੋਈ ਵੀ ਕਲਾ ਆਪਾਂ ਸਿੱਖਦੇ ਹਾਂ ਉਹ ਗੁਰੂ ਤੋਂ ਬਿਨਾਂ ਨਹੀਂ ਹੈ, ਭਾਵੇਂ ਉਹ ਸੰਸਾਰਕ ਤੌਰ 'ਤੇ ਜੀਵ ਕੋਟੀ ਦਾ ਗੁਰੂ ਹੈ। ਆਪਾਂ ਅੱਖਰ ਪੜ੍ਹਨੇ ਸਿੱਖੇ ਹਾਂ, ਸਕੂਲ ਦੀ ਵਿੱਦਿਆ, ਉਹ ਸਕੂਲ ਦੇ ਟੀਚਰ ਨੇ, ਅਧਿਆਪਕ ਨੇ, ਉਹ ਸਾਡੇ ਗੁਰੂ ਨੇ, ਉਸਤਾਦ ਨੇ। ਆਪਾਂ ਗੱਡੀ ਚਲਾਉਣੀ ਸਿੱਖੀ ਹੈ, ਕੰਪਿਊਟਰ ਚਲਾਉਣਾ ਸਿੱਖਿਆ, ਮੋਬਾਈਲ ਚਲਾਉਣਾ ਸਿੱਖਿਆ। ਕਿੰਨੀ ਤਰ੍ਹਾਂ ਦੀ ਕਲਾ ਮਨੁੱਖ ਸਿੱਖਦਾ ਹੈ। ਜਿਸ ਕੋਲੋਂ ਸਿੱਖੀਏ ਉਹਨੂੰ ਗੁਰੂ ਆਖਿਆ ਗਿਆ, ਉਹਨੂੰ ਉਸਤਾਦ ਆਖਿਆ ਗਿਆ ਹੈ। ਜਿਸ ਦੇ ਕੋਲ ਜਿਹੜੀ ਕਲਾ ਹੈ, ਗੁਣ ਹੈ, ਉਹ ਵੰਡਦਾ ਹੈ। ਸਤਿਗੁਰੂ ਦੇ ਕੋਲ ਕੀ ਹੈ? ਨਾਮ। ਸਤਿਗੁਰੂ ਸਾਨੂੰ ਨਾਮ ਨਾਲ ਜੁੜਨ ਦੀ ਜੁਗਤੀ ਦੱਸਦੇ ਨੇ। ਜਿਵੇਂ ਸਕੂਲ ਦੇ ਵਿੱਚ ਜਾਂਦੇ ਨੇ ਬੱਚੇ ਪੜ੍ਹਨ ਵਾਸਤੇ, ਜਿਹੜਾ ਟੀਚਰ ਉਹਦੇ ਕੋਲ ਕਿਤਾਬਾਂ ਦਾ ਇਲਮ ਹੈ, ਗਿਆਨ ਹੈ, ਉਹ ਬੱਚਿਆਂ ਨੂੰ ਉਹ ਗਿਆਨ ਵੰਡਦਾ ਹੈ, ਉਹ ਕਲਾ ਵੰਡਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦੇ ਕੋਲ ਕੀ ਹੈ? ਨਾਮ। ਸਤਿਗੁਰੂ ਦਾਤਾ ਹਰ ਨਾਮ ਕਾ। ਸਤਿਗੁਰੂ ਨਾਮ ਦਾ ਦਾਤਾ ਹੈ। ਜਦੋਂ ਆਪਾਂ ਸਤਿਗੁਰੂ ਕੋਲ ਆਉਂਦੇ ਹਾਂ, ਸਤਿਗੁਰੂ ਫਿਰ ਸਾਨੂੰ ਨਾਮ ਦਿੰਦਾ। ਜਾਣਾ ਪੈਂਦਾ ਹੈ। ਵੇਖੋ, ਜਿਵੇਂ ਸਕੂਲ ਵਿੱਚ ਬੱਚਾ ਇੱਕ ਦਿਨ ਜਾ ਕੇ ਕੋਈ ਗਿਆਨਵਾਨ ਨਹੀਂ ਹੋ ਜਾਂਦਾ, ਕੋਈ ਇੰਜੀਨੀਅਰ ਨਹੀਂ ਬਣ ਜਾਂਦਾ, ਕੋਈ ਪ੍ਰੋਫੈਸਰ, ਕੋਈ ਲਾਇਰ ਨਹੀਂ ਬਣ ਜਾਂਦਾ। ਸਕੂਲ ਵਿੱਚ ਕਿੰਨਾ ਲੰਬਾ ਸਮਾਂ ਪੜ੍ਹਾਈ ਕਰਨੀ ਪੈਂਦੀ, ਤਕਰੀਬਨ ਕਮ ਸੇ ਕਮ 18-20 ਸਾਲ ਤਾਂ ਪੜ੍ਹਨਾ ਹੀ ਪੈਂਦਾ ਹੈ। ਫਿਰ ਜਾ ਕੇ ਉਹ ਬੱਚਾ ਕੋਈ ਕਿਸੇ ਰੁਤਬੇ 'ਤੇ ਪਹੁੰਚਦਾ ਹੈ ਔਰ ਲਗਾਤਾਰ ਉਹ 7-8 ਘੰਟੇ ਪੜ੍ਹਾਈ ਕਰਦਾ ਰਿਹਾ ਹੈ। ਸਕੂਲ ਦੇ ਵਿੱਚ ਜਾ ਕੇ ਉਸ ਤੋਂ ਇਲਾਵਾ ਵੀ ਹੋਰ ਵੀ ਟਾਈਮ ਲੱਗਦਾ ਰਿਹਾ ਹੈ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਗੁਰੂ ਕੋਲ ਆਏ ਹਾਂ। ਜੇ ਆਪਾਂ ਬਾਣੀ ਦਾ ਅਭਿਆਸ ਕਰਾਂਗੇ, ਬੱਚਾ ਸਕੂਲ ਵਿੱਚ ਜਾਵੇ, ਪੜ੍ਹੇ ਕੁਝ ਵੀ ਨਾ, ਅਭਿਆਸ ਨਾ ਕਰੇ, ਉਹ ਬੱਚਾ ਕੁਝ ਵੀ ਨਹੀਂ ਬਣੇਗਾ, ਭਾਵੇਂ ਕਿੰਨੇ ਵਧੀਆ ਸਕੂਲ ਵਿੱਚ ਜਾਵੇ। ਇਸੇ ਤਰ੍ਹਾਂ ਸੱਚੇ ਸਤਿਗੁਰੂ ਦੇ ਕੋਲ ਆ ਕੇ ਵੀ ਲਾਭ ਨਹੀਂ ਲੈ ਸਕੇ ਜੇ ਆਪਾਂ ਗੁਰੂ ਦਾ ਉਪਦੇਸ਼ ਨਹੀਂ ਕਮਾਇਆ। ਸਤਿਗੁਰੂ ਸਾਨੂੰ ਕਹਿੰਦੇ ਨੇ ਬਾਣੀ ਪੜ੍ਹੋ, ਬਾਣੀ ਸੁਣੋ, ਉੱਠਦਿਆਂ ਬਹਿੰਦਿਆਂ ਨਾਮ ਦਾ ਅਭਿਆਸ ਰੱਖੋ, ਤਾਂ ਜਾ ਕੇ ਕੁਝ ਪ੍ਰਾਪਤੀ ਹੋਵੇਗੀ। ਇੱਕ ਬੱਚਾ ਸਕੂਲੀ ਵਿੱਦਿਆ 6-7 ਘੰਟੇ 8 ਘੰਟੇ ਸਕੂਲ ਵਿੱਚ ਪੜ੍ਹਦਾ ਹੈ, ਫਿਰ ਉਸ ਤੋਂ ਇਲਾਵਾ ਘਰ ਵੀ ਪੜ੍ਹਦਾ ਹੈ, ਤਾਂ ਜਾ ਕੇ ਕੁਝ ਪ੍ਰਾਪਤੀ ਹੁੰਦੀ ਹੈ। ਜਾਂ ਕੋਈ ਵੀ ਕਲਾ ਸਿੱਖਦਾ ਹੈ, ਇੱਕ ਦਿਨ ਵਿੱਚ ਕਲਾ ਨਹੀਂ ਆ ਜਾਂਦੀ। ਕੋਈ ਸੰਗੀਤਕਾਰ ਬਣਿਆ ਹੈ, ਕੋਈ ਵਧੀਆ ਗਵਈਆ ਬਣਿਆ ਹੈ, ਉਹ ਵੀ ਇੱਕ ਦਿਨ ਵਿੱਚ ਨਹੀਂ। ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ, ਇਹਨਾਂ ਨੂੰ ਪੁੱਛ ਕੇ ਵੇਖੋ, ਇੱਕ ਦਿਨ ਵਿੱਚ ਨਹੀਂ ਕੋਈ ਕੀਰਤਨੀਆ ਬਣ ਗਿਆ। ਪਤਾ ਨਹੀਂ ਕਿੰਨੇ ਕੁ ਸਾਲ ਅਭਿਆਸ ਕੀਤਾ ਹੈ। ਕੋਈ ਤਬਲਾ ਵਜਾਉਂਦਾ ਹੈ, ਉਹਨੂੰ ਪੁੱਛ ਕੇ ਵੇਖੋ, ਤਬਲਾ ਵਜਾਉਣਾ ਕੋਈ ਇੱਕ ਦਿਨ ਵਿੱਚ ਆ ਗਿਆ ਹੈ? ਕੋਈ ਵੀ ਕਲਾ ਹੈ, ਉਹਨੂੰ ਸਿੱਖਣ ਵਿੱਚ ਸਮਾਂ ਲੱਗਦਾ ਹੈ, ਨਿਰੰਤਰ ਅਭਿਆਸ ਕਰਨਾ ਪੈਂਦਾ। ਇਸੇ ਤਰ੍ਹਾਂ ਨਾਮ, ਜੇ ਆਪਾਂ ਸਤਿਗੁਰੂ ਦੇ ਕੋਲ ਆਏ ਵੀ ਬਚਨ ਨਾ ਕਮਾਇਆ, ਬਾਣੀ ਵਿੱਚ ਬਚਨ ਆਉਂਦਾ ਹੈ ਕਿ ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸਕੂਲ ਨੂੰ ਵੇਖਣ ਨਾਲ ਕੋਈ ਇੰਜੀਨੀਅਰ ਨਹੀਂ ਬਣ ਜਾਵੇਗਾ, ਸਕੂਲ ਵਿੱਚ ਟੀਚਰਾਂ ਨੂੰ ਵੇਖਣ ਨਾਲ ਕੋਈ ਇੰਜੀਨੀਅਰ ਨਹੀਂ ਬਣ ਜਾਵੇਗਾ, ਟੀਚਰ ਨਹੀਂ ਬਣ ਜਾਵੇਗਾ। ਉਹਨੂੰ ਟੀਚਰਾਂ ਦਾ ਉਪਦੇਸ਼ ਕਮਾਉਣਾ ਪਵੇਗਾ, ਉੱਥੇ ਜਾਣਾ ਪਵੇਗਾ, ਨਿਰੰਤਰ ਅਭਿਆਸ ਕਰਨਾ ਪਵੇਗਾ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖਣ ਦੇ ਨਾਲ ਮਹਾਰਾਜ ਕਹਿੰਦੇ ਮੁਕਤ ਨਹੀਂ ਹੋਵੇਗਾ ਜਦੋਂ ਤੱਕ ਸਤਿਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਇਆ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰ ਮਿਲਿਆ ਸੱਚ ਪਾਇਆ। ਸਤਿਗੁਰੂ ਨੂੰ ਮਿਲ ਕੇ ਹੀ ਸੱਚ ਦੀ ਪ੍ਰਾਪਤੀ ਹੈ, ਰੱਬ ਦੀ ਪ੍ਰਾਪਤੀ ਹੈ। ਜਿਨ ਕੈ ਹਿਰਦੈ ਸੱਚ ਵਸਾਇਆ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚੇ ਸਤਿਗੁਰੂ ਨੇ ਸੱਚ ਵਸਾ ਦਿੱਤਾ।
ਦ੍ਰਿੜ ਕਰਾ ਦਿੱਤਾ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮੂਰਖ ਧਰਮ ਦੀ ਦੁਨੀਆ ਵਿੱਚ ਵੇਖਿਆ ਜਾਵੇ ਬੜੇ ਮੂਰਖ ਨੇ। ਸਕੂਲ ਵਿੱਚ ਵਿੱਦਿਆ ਜਾਂ ਪੜ੍ਹਨ ਜਾਂਦੇ ਨੇ ਬੱਚੇ, ਬਹੁਤੇ ਬੱਚੇ ਮੂਰਖ ਨਹੀਂ ਹੁੰਦੇ, ਕੋਈ 2-4 ਹੁੰਦੇ ਨੇ ਜਿਹੜੇ ਮੂਰਖ ਹੁੰਦੇ ਨੇ, ਫੇਲ ਹੋ ਜਾਂਦੇ ਨੇ ਹਰ ਵਾਲ। ਬਹੁਤੇ ਬੱਚੇ ਪਾਸ ਹੋ ਜਾਂਦੇ ਨੇ, ਕੁਝ ਨਾ ਕੁਝ ਪੜ੍ਹਾਈ ਕਰਦੇ ਨੇ। ਪਰ ਧਰਮ ਦੀ ਦੁਨੀਆ ਵਿੱਚ ਕੀ ਹੁੰਦਾ? ਮਹਾਰਾਜ ਕਹਿੰਦੇ ਬਹੁਤੇ ਮੂਰਖ ਨੇ। ਉਹ ਮੂਰਖ ਆਪਣੀ ਹੂੜ ਮੱਤੀ ਕਰੀ ਜਾਂਦੇ ਨੇ, ਜਿਨ੍ਹਾਂ ਬਾਰੇ ਮਹਾਰਾਜ ਨੇ ਉੱਤੇ ਲਿਖ ਦਿੱਤਾ ਹੈ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉਪਰ ਤੀਰਥਾਂ, ਸਹਿਜ ਜੋਗ ਬੇਬਾਨ। ਧਰਮ ਦੇ ਕਰਮ ਸਾਰੇ ਕੀਤੇ ਨੇ, ਲੰਗਰ ਵੀ ਲਾਏ ਨੇ, ਹੋਰ ਬੜੀਆਂ ਸੇਵਾਵਾਂ ਕੀਤੀਆਂ, ਚੰਗੇ ਕੰਮ ਬੜੇ ਕੀਤੇ, ਤਪ ਵੀ ਬੜੇ ਕੀਤੇ, ਬੜੇ ਵੇਦਾਂ ਦੇ ਪੁਰਾਣਾਂ ਦੇ ਪਾਠ ਵੀ ਕੀਤੇ, ਪਰ ਗੁਰੂ ਦੀ ਮੱਤ ਨਹੀਂ ਲਈ। ਗੁਰੂ ਦੀ ਮੱਤ ਨਹੀਂ ਲਈ, ਇਸ ਕਰਕੇ ਉਹ ਸੱਚ ਨੂੰ ਜਾਣ ਨਹੀਂ ਸਕੇ। ਪੜ੍ਹੇ ਬਹੁਤ, ਰੱਟੇ ਬਹੁਤ ਲਾਏ ਉਹਨਾਂ ਨੇ, ਬੜੇ ਪਾਠ ਕੀਤੇ, ਬੜਾ ਅਭਿਆਸ ਕੀਤਾ, ਪਰ ਗੁਰੂ ਦੀ ਮੱਤ ਨਹੀਂ ਲਈ। ਮਹਾਰਾਜ ਕਹਿੰਦੇ ਉਹ ਮੂਰਖ ਫਿਰ ਸੱਚ ਨੂੰ ਜਾਣ ਨਹੀਂ ਸਕੇ। ਮੂਰਖ ਆਖਿਆ ਮਹਾਰਾਜ ਨੇ, ਜਿਵੇਂ ਜਿਹੜਾ ਰਾਵਣ ਹੈ ਉਹਦਾ ਜ਼ਿਕਰ ਆਉਂਦਾ ਵੀ 4 ਵੇਦਾਂ ਦਾ ਉਹ ਗਿਆਤਾ ਸੀ, ਮੂੰਹ ਜ਼ਬਾਨੀ ਉਹਨੂੰ ਯਾਦ ਸੀ, ਬੜਾ ਗਿਆਨੀ ਸੀ। ਪਰ ਗੁਰਬਾਣੀ ਕਹਿੰਦੀ ਹੈ ਮੂਰਖ ਰਾਵਣ ਕਿਹਾ ਲੈ ਗਿਆ। ਕੀ ਲੈ ਕੇ ਗਿਆ? ਉਹਨੂੰ ਮੂਰਖ ਦੀ ਡਿਗਰੀ ਦਿੱਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਆਵਤ ਸੰਗ ਨਾ ਜਾ ਸੰਗਾਤੀ, ਕਾਂ ਪਿਓ ਦਰ ਬਾਂਧੇ ਹਾਥੀ, ਲੰਕਾ ਗੜ ਸੋਨੇ ਕਾ ਭਿਆ, ਮੂਰਖ ਰਾਵਣ ਕਿਆ ਲੈ ਗਿਆ। ਇੰਨਾ ਗਿਆਨੀ ਮੂਰਖ ਆਖਿਆ ਉਹਨੂੰ, ਕਿਉਂਕਿ ਰੱਬ ਨਾਲ ਨਹੀਂ ਜੁੜ ਸਕਿਆ। ਗਿਆਨ ਬੜਾ ਸੀ, ਤਕਨੀਕ ਬੜੀ ਸੀ ਉਹਦੇ ਕੋਲ, ਔਰ ਉਸ ਸਮੇਂ ਦੇ ਵਿੱਚ ਵੇਖੋ ਇੰਨਾ ਗਿਆਨਵਾਨ ਉਹਨੇ ਉੱਡਣ ਖਟੋਲਾ ਬਣਾਇਆ ਸੀ, ਸਮੁੰਦਰ ਨੂੰ ਪਾਰ ਕਰਕੇ ਆਇਆ, ਕੋਈ ਤਰ ਕੇ ਤੇ ਆਇਆ ਨਹੀਂ ਸੀ। ਸੀਤਾ ਨੂੰ ਚੁਰਾ ਕੇ ਲੈ ਗਿਆ ਹੈ। ਇੰਨਾ ਗਿਆਨਵਾਨ ਮਨੁੱਖ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨੂੰ ਮੂਰਖ ਕਹਿ ਰਹੇ ਨੇ, ਕਿਉਂਕਿ ਰੱਬ ਨਾਲ ਨਹੀਂ ਜੁੜਿਆ। ਜਦੋਂ ਤੱਕ ਰੱਬ ਨਹੀਂ ਜੁੜਿਆ, ਭਾਵੇਂ ਕੋਈ ਕਿੰਨਾ ਗਿਆਨਵਾਨ ਹੈ, ਕੁਝ ਵੀ ਹੈ, ਉਹਦੇ ਜੀਵਨ ਵਿੱਚ ਬਦੀਆਂ ਹੋਣਗੀਆਂ, ਪਾਪ ਹੋਵੇਗਾ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਭਾਵੇਂ ਇਹ ਧਾਰਮਿਕ ਕਰਮ ਕਰਨ ਨਾਲ ਕੋਈ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ ਜਦੋਂ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ। ਮੂਰਖ ਸੱਚ ਨਾ ਜਾਣਨੀ, ਇਸ ਤਰ੍ਹਾਂ ਦਾ ਮੂਰਖ ਜੀਵ ਸੱਚ ਰੱਬ ਨੂੰ ਨਹੀਂ ਜਾਣ ਸਕਦਾ। ਮਨਮੁਖੀ ਜਨਮ ਗਵਾਇਆ, ਉਸ ਜੀਵ ਨੇ ਮਨਮੁਖਤਾ ਦੇ ਵਿੱਚ ਕੀਮਤੀ ਜਨਮ ਗਵਾ ਲਿਆ, ਵਿੱਚ ਦੁਨੀਆ ਕਾਹੇ ਆਇਆ। ਮਨੁੱਖਾ ਦੇਹੀ ਪਾ ਕੇ ਜੇਕਰ ਰੱਬ ਨੂੰ ਨਹੀਂ ਮਿਲਿਆ ਤੇ ਮਹਾਰਾਜ ਕਹਿੰਦੇ ਫਿਰ ਦੁਨੀਆ ਵਿੱਚ ਆਇਆ ਹੀ ਕਾਸ ਤੋਂ ਹੈ। ਦੁਨੀਆ ਵਿੱਚ ਆਉਣ ਦਾ ਉਹਦਾ ਕੀ ਫਾਇਦਾ ਹੋਇਆ? ਬੱਚਾ ਸਕੂਲ ਵਿੱਚ ਜਾਵੇ, ਉੱਥੋਂ ਵਿੱਦਿਆ ਨਾ ਲਏ ਤੇ ਆਪਾਂ ਕਹਿੰਦੇ ਹਾਂ ਤੇਰੇ ਸਕੂਲ ਵਿੱਚ ਜਾਣ ਦਾ ਫਾਇਦਾ ਕੀ ਹੈ? ਕੋਈ ਬੰਦਾ ਆਪਣਾ ਪਰਿਵਾਰ ਛੱਡ ਕੇ ਵਿਦੇਸ਼ ਚਲਾ ਜਾਵੇ, ਉੱਥੇ 20-50 ਸਾਲ ਲਾਵੇ, ਪੈਸਾ ਇੱਕ ਵੀ ਕਮਾਵੇ ਨਾ, ਘਰ ਇੱਕ ਵੀ ਪੈਸਾ ਨਾ ਭੇਜੇ, ਤੇ ਘਰ ਦੇ ਕਹਿਣਗੇ ਵੀ ਤੇਰੇ ਉੱਥੇ ਜਾਣ ਦਾ ਕੀ ਫਾਇਦਾ ਹੋਇਆ? ਪਰਿਵਾਰ ਵੀ ਛੱਡਿਆ, ਸਾਰਾ ਕੁਝ ਛੱਡਿਆ, ਇੰਨੀ ਦੂਰ ਵੀ ਗਿਆ, ਵਿਛੋੜਾ ਵੀ ਪਿਆ ਰਿਹਾ, ਤੇ ਦੱਸ ਕੀ ਫਾਇਦਾ ਹੋਇਆ? ਦੁਨਿਆਵੀ ਤੌਰ 'ਤੇ ਵੀ ਆਪਾਂ ਵੇਖਦੇ ਹਾਂ, ਕੋਈ ਬੰਦਾ ਕਿਸੇ ਕੰਮ 'ਚ ਉੱਥੇ ਉਹ ਕਰੇ, ਪਰ ਉਹਦੇ ਵਿੱਚ ਫੇਲ ਹੋਵੇ ਨਾ, ਉਹਦੇ ਵਿੱਚ ਰਾਸ ਹੋਵੇ ਤੇ ਆਪਣਾ ਕਾਰਜ ਨਾ ਕਰੇ, ਆਪਾਂ ਕਹਿੰਦੇ ਹਾਂ ਦੱਸ ਤੇਰਾ ਇਹ ਕੰਮ ਕਰਨ ਦਾ ਕੀ ਫਾਇਦਾ ਹੋਇਆ? ਮਹਾਰਾਜ ਕਹਿੰਦੇ ਮਨੁੱਖਾ ਦੇਹੀ ਪ੍ਰਾਪਤ ਕਰਨ ਦਾ ਕੀ ਲਾਭ ਹੋਇਆ ਜੇਕਰ ਤੂੰ ਰੱਬ ਨੂੰ ਨਹੀਂ ਮਿਲ ਸਕਿਆ? ਮਨੁੱਖਾ ਦੇਹੀ ਮਿਲੀ ਹੀ ਰੱਬ ਨੂੰ ਮਿਲਣ ਵਾਸਤੇ ਸੀ, ਫਿਰ ਦੁਨੀਆ ਵਿੱਚ ਆਉਣ ਦਾ ਤੇਰਾ ਕੀ ਫਾਇਦਾ ਹੋਇਆ, ਕੀ ਲਾਭ ਹੋਇਆ? ਵਿੱਚ ਦੁਨੀਆ ਕਾਇਆ ਆਇਆ, ਕਾਸ ਤੋਂ ਦੁਨੀਆ ਵਿੱਚ ਆਇਆ, ਭਾਵ ਇਹ ਮਨੁੱਖਾ ਦੇਹੀ ਤੈਨੂੰ ਮਿਲੀ, ਇਹਦਾ ਤੂੰ ਕੀ ਲਾਭ ਲਿਆ ਹੈ? ਸਾਹਿਬ ਸੱਚੇ ਪਾਤਸ਼ਾਹ ਇਸ ਦਾ ਨਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਦੁਆਰਾ ਸਾਨੂੰ ਉਪਦੇਸ਼ ਬਖਸ਼ਦੇ ਨੇ। ਆਪਾਂ ਇਹ ਦੂਸਰਿਆਂ ਨੂੰ ਨਾ ਆਖੀਏ, ਆਪਾਂ ਆਪਣੇ ਵੱਲ ਵੇਖੀਏ ਕਿ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਜੇਕਰ ਇਹ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਰਹਿੰਦਿਆਂ ਰੱਬ ਨੂੰ ਨਹੀਂ ਮਿਲ ਸਕੇ, ਫਿਰ ਸਾਡਾ ਵੀ ਦੁਨੀਆ 'ਤੇ ਆਉਣ ਦਾ ਕੀ ਲਾਭ ਹੋਇਆ? ਮਹਾਰਾਜ ਕਹਿੰਦੇ ਕਾਸ ਤੋਂ ਦੁਨੀਆ 'ਤੇ ਆਇਆ ਜੇ ਤੂੰ
ਸੱਚ ਨੂੰ ਨਹੀਂ ਕਮਾ ਸਕਿਆ, ਸੱਚ ਨੂੰ ਨਹੀਂ ਮਿਲ ਸਕਿਆ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।